बीते दिनों पंजाब की कोयल कही जाने वाली पंजाबी लोकगीतों की रानी मशहूर लोक गायिका मरहूम गुरमीत कौर बाबा इस फानी संसार को अलविदा कहा था। आज उनकी अंतिम भोग अरदास की रस्म अदा की गई, जिसमें पंजाबी गीत जगत के कई फनकार शामिल हुए। ਅੱਜ ਇੱਕ ਪੰਜਾਬ ਦੀ ਲੋਕ ਆਵਾਜ਼ ਜਿਹੜੀ ਸਭ ਤੋਂ ਵੱਡੀ ਆਵਾਜ਼ ਸੀਗੀ, ਉਹ ਸਾਨੂੰ ਦੁਨਿਆਵੀ ਤੌਰ ਤੇ ਸਦਾ ਲਈ ਛੱਡ ਕੇ ਚਲ ਗਈ ਹੈ। ਪਰ ਉਹਨਾਂ ਦੀ ਜਿਹੜੀ ਡਿਜੀਟਲੀ ਆਵਾਜ਼ ਸਾਡੇ ਕੋਲ ਰਹਿ ਗਈ ਹੈ, ਉਹ ਸਦੀਆਂ ਤੱਕ ਪੰਜਾਬੀ ਲੋਕ ਗਾਇਕੀ ਦਾ ਚਾਨਣ ਮਨਾਰਾ ਬਣ ਕੇ ਰਹੂਗੀ। ਜਿਹੜੇ ਸਾਡੇ ਲੋਕ ਗੀਤ ਆ, ਜਿਹੜੀ ਪੰਜਾਬੀ ਸਾਡਾ ਨਾ ਸੰਸਕ੍ਰਿਤੀ, ਪੰਜਾਬੀ ਸਾਡਾ ਸੱਭਿਆਚਾਰ ਆ, ਵਿਰਾਸਤ ਆ ਸਾਡੀ, ਉਹ ਲੋਕ ਗੀਤਾਂ 'ਤੇ ਖੜੀ ਆ। ਪੰਜਾਬ ਨਾ ਲੋਕ ਗੀਤਾਂ ਗਾਇਕੀ ਨਾਲ ਬਹੁਤ ਜੁੜਿਆ ਹੋਇਆ ਪਹਿਲਾਂ ਤੋਂ ਹੀ। ਅਤੇ ਜਿਹੜੇ ਲੋਕ ਗੀਤ ਆ, ਉਹ ਜਿਹੜੇ ਲੋਕ ਗੀਤ ਉਹ ਹੁੰਦੇ ਜਿਨ੍ਹਾਂ ਦਾ ਰਚਣਹਾਰਾ ਇੱਕ ਜਾਂ ਦੋ ਬੰਦੇ, ਕੋਈ ਗੀਤਕਾਰ ਨਹੀਂ ਹੁੰਦਾ। ਉਹ ਸਦੀਆਂ ਵਿੱਚ ਬਜ਼ੁਰਗਾਂ ਦੇ ਮੂੰਹਾਂ ਤੋਂ ਬਣ ਕੇ ਲੋਕ ਮਨਾਂ ਵਿੱਚ ਰਚੇ ਹੁੰਦੇ ਆ। ਉਹ ਕਿਤਾਬਾਂ ਵਿੱਚ ਮਿਲਦੇ ਆ। ਸਾਡੇ ਬਹੁਤ ਸਾਰੇ ਮਹਿੰਦਰ ਸਿੰਘ ਰੰਧਾਵਾ ਵਰਗੇ ਮਹਾਨ ਲੋਕਾਂ ਨੇ ਪਿੰਡਾਂ 'ਚ ਜਾ ਕੇ ਉਹ ਇਕੱਠੇ ਕੀਤੇ, ਉਹ ਕਿਤਾਬੀ ਰੂਪ ਉਹਨਾਂ ਨੂੰ ਦਿੱਤਾ। ਪਰ ਉਹਨਾਂ ਨੂੰ ਕਿਸ ਤਰਜ਼ 'ਤੇ ਗਾਣਾ, ਸਾਡੇ ਬਜ਼ੁਰਗ ਕਿਵੇਂ ਗਾਉਂਦੇ ਸੀ, ਸਾਡੀਆਂ ਮਾਵਾਂ ਭੈਣਾਂ ਵਿਆਹਾਂ ਦੀਆਂ ਸਿੱਠਣੀਆਂ ਜਾਂ ਹੋਰ ਚੀਜ਼ਾਂ ਜਿਹੜੀਆਂ ਸੀਗੀਆਂ, ਉਹ ਕਿਹੜੀ ਤਰਜ਼ 'ਤੇ ਗਾਉਂਦੀਆਂ ਸੀ, ਉਹ ਆਉਣ ਵਾਲੀਆਂ ਸਦੀਆਂ ਤੱਕ, ਜਦੋਂ ਤੱਕ ਦੁਨੀਆ ਆ, ਜਦੋਂ ਕਿਸੇ ਨੂੰ ਉਹ ਸਾਡੇ ਲੋਕ ਗੀਤਾਂ ਦੀ ਤਰਜ਼ ਲੱਭਣੀ ਪਊਗੀ, ਉਹਨਾਂ ਨੂੰ ਗੁਰਮੀਤ ਬਾਵਾ ਲੱਭਣੀ ਪਊਗੀ। ਸੋ ਇਸ ਕਰਕੇ ਗੁਰਮੀਤ ਬਾਵਾ ਕਦੇ ਵੀ ਦੁਨੀਆ ਤੋਂ ਜਾ ਨਹੀਂ ਸਕਦੇ। ਬਾਈ ਜੀ, ਕੀ ਕਹਿਣਾ ਚਾਹੋਗੇ? ਇਹੋ ਜਿਹੀ ਸਿੰਗਿੰਗ ਜਿਹੜੀ ਹੈ ਕਿਤੇ ਨਾ ਕਿਤੇ ਪਿੱਛੇ ਹਟਦੀ ਜਾ ਰਹੀ ਹੈ। ਅੱਜ ਕੱਲ੍ਹ ਹਥਿਆਰਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਲੇਕਿਨ ਲੋਕ ਗੀਤਾਂ ਨੂੰ ਜਿਹੜੇ ਨੇ ਅੱਜ ਕਿਤੇ ਨਾ ਕਿਤੇ ਪਿੱਛੇ ਕੀਤਾ ਜਾ ਰਿਹਾ। ਨਹੀਂ, ਠੀਕ ਹੀ ਆ, ਸਾਰਾ ਕੁਛ ਚੱਲੀ ਜਾਂਦਾ। ਪਹਿਲਾਂ ਤੋਂ ਹੀ ਜਦੋਂ ਗੁਰਮੀਤ ਬਾਵਾ ਜੀ ਸਿਖਰ 'ਤੇ ਗਾਉਂਦੇ ਸੀ, ਉਸ ਵੇਲੇ ਵੀ ਜਿਹੜੇ ਦੁਗਾਣੇ ਗਾਉਂਦੇ ਸੀ, ਦੋ ਅਰਥੀ ਦੁਗਾਣੇ ਹੁੰਦੇ ਸੀਗੇ ਉਦੋਂ, ਉਹ ਵੀ ਸ਼ਾਇਦ ਇਹਨਾਂ ਨਾਲੋਂ ਵੱਧ ਪ੍ਰੋਗਰਾਮ ਵੀ ਲਾਉਂਦੇ ਹੋਣਗੇ। ਪਰ ਇਹ ਨਾ ਸੁਹਿਰਦਤਾ ਹੁੰਦੀ ਆ ਕਿਸੇ ਬੰਦੇ ਦੀ। ਮੈਂ ਤੁਹਾਡੇ ਸਾਹਮਣੇ ਖੜਾ ਹੁਣ, ਮੈਂ ਕਮਲ ਹੀਰ ਅਤੇ ਸੰਗਤਾਰ, ਅਸੀਂ ਇਸ ਵੇਲੇ ਜਿਹੜੇ ਚੱਲਦੇ ਗਾਇਕ ਆ, ਉਹਨਾਂ ਵਿੱਚ ਸਾਡਾ ਨਾਂ ਸ਼ੁਮਾਰ ਹੁੰਦਾ ਹੈ ਨਾ। ਦੇਸ਼ਾਂ ਵਿਦੇਸ਼ਾਂ 'ਚ ਅਸੀਂ ਸ਼ੋਅ ਲਾਉਂਦੇ ਹਾਂ। ਅਸੀਂ ਤਾਂ ਕੋਈ ਹਥਿਆਰਾਂ ਨੂੰ ਪ੍ਰਮੋਟ ਨਹੀਂ ਕਰਦੇ, ਅਸੀਂ ਤਾਂ ਕੋਈ ਦੋ ਅਰਥੀ ਗਾਣੇ ਨਹੀਂ ਗਾਉਂਦੇ। ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ, ਉਸ ਗਾਣੇ 'ਚ ਤਾਂ ਕੋਈ ਸਾਡਾ ਦੋ ਅਰਥੀ ਗੱਲ ਨਹੀਂ ਹੈਗੀ। ਸੋ ਇਸ ਕਰਕੇ ਕਿਸੇ ਬਾਰੇ ਅਸੀਂ ਕੀ ਕਹਿਣਾ। ਸੋ ਜਿਹੜੀ ਗੁਰਮੀਤ ਬਾਵਾ ਜੀ ਨੇ ਇੱਕ ਲਾਈਨ ਫੜੀ ਸੀਗੀ, ਉਹ ਇਹ ਇੱਕ ਬਹੁਤ ਹੌਸਲੇ ਵਾਲੀ ਗੱਲ ਹੁੰਦੀ ਆ। ਇੱਕ ਮੰਗਲ ਹਠੂਰ ਦਾ ਸ਼ੇਰ ਆ, ਕਮਲ ਹੀਰ ਨੇ ਗਾਇਆ ਆ। ਉਹ ਕਹਿੰਦਾ, ਉਹਦੀ ਡੰਗਾਈ ਬਹੁਤ ਉਸ ਗੱਲ ਦੀ ਹੈ, ਸੌਖੀ ਜਿਹੀ ਲੱਗਦੀ ਆ। ਉਹ ਕਹਿੰਦਾ, ਜਿੰਨਾ ਔਖਾ ਦੇਸੀ ਘਿਓ ਪਚਾਉਣਾ ਹੁੰਦਾ ਏ, ਅੱਜ ਕੱਲ੍ਹ ਉਹ ਵੀ ਨਹੀਂ ਨਾ ਪਚਦਾ, ਜਿੰਨਾ ਔਖਾ ਦੇਸੀ ਘਿਓ ਪਚਾਉਣਾ ਹੁੰਦਾ ਏ, ਉਨਾ ਹੀ ਔਖਾ ਵਧੀਆ ਗੀਤ ਚਲਾਉਣਾ ਹੁੰਦਾ ਏ। ਸੋ ਜਿਹੜੀ ਵਧੀਆ ਸ਼ਾਇਰੀ ਹੁੰਦੀ ਆ, ਵਧੀਆ ਗਾਇਕੀ ਹੁੰਦੀ ਆ, ਉਹਨੂੰ ਹਿੱਟ ਕਰਨਾ ਵੀ ਬਹੁਤ ਔਖਾ ਆ। ਜਿਹੜਾ ਸ਼ੋਸ਼ਾ ਆ, ਉਹ ਬਹੁਤ ਸੌਖਾ ਹਿੱਟ ਹੋ ਜਾਂਦਾ। ਸੋ ਗੁਰਮੀਤ ਬਾਵਾ ਜੀ ਨੇ ਸਿਰਫ ਅਤੇ ਸਿਰਫ ਜਿਹੜੇ ਲੋਕ ਗੀਤ ਆ ਬਜ਼ੁਰਗਾਂ ਦੇ ਸਾਡੇ, ਉਹਨਾਂ ਨੂੰ ਆਪਣੇ ਜ਼ੁਬਾਨ ਆਵਾਜ਼ ਦਿੱਤੀ ਆ। ਅਤੇ ਦੇਸ਼ਾਂ ਬਾਬਾ ਜੀ ਨੇ ਸਿਰਫ ਅਤੇ ਸਿਰਫ ਜਿਹੜੇ ਲੋਕ ਗੀਤ ਆ ਬਜ਼ੁਰਗਾਂ ਦੇ ਸਾਡੇ, ਉਹਨਾਂ ਨੂੰ ਆਪਣੇ ਜ਼ੁਬਾਨ ਆਵਾਜ਼ ਦਿੱਤੀ ਆ। ਅਤੇ ਦੇਸ਼ਾਂ ਵਿਦੇਸ਼ਾਂ 'ਚ ਇੰਨੇ 50 ਸਾਲ ਦੀ 60 ਸਾਲ ਦੀ ਗਾਇਕੀ ਆਪਣੀ ਲੋਕਾਂ ਸਾਹਮਣੇ ਪੇਸ਼ ਕੀਤੀ ਆ। ਉਹ ਇੱਕ ਬਹੁਤ ਵੱਡੀ ਵਿਰਾਸਤ ਪਿੱਛੇ ਛੱਡ ਗਏ ਆ। ਮੈਂ ਫਿਰ ਉਹ ਗੱਲ ਦੁਹਰਾਊਂਗਾ ਕਿ ਜਦੋਂ ਵੀ ਆਪਣੇ ਲੋਕ ਗੀਤਾਂ ਨੂੰ ਸਮਝਣਾ ਹੋਊਗਾ, ਆਉਣ ਵਾਲੀਆਂ ਸਦੀਆਂ ਨਹੀਂ, ਆਉਣ ਵਾਲੀ ਸਦਾ ਹੀ ਜਨਰੇਸ਼ਨ, ਹੋਰ ਸਾਨੂੰ ਕਿਸੇ ਕੋਲੋਂ ਨਹੀਂ ਮਿਲਦੇ। ਉਹ ਸਾਨੂੰ ਗੁਰਮੀਤ ਬਾਵਾ ਜੀ ਨੂੰ ਸੁਣਨਾ ਪਊਗਾ। ਆਉਣ ਵਾਲੀਆਂ ਜਨਰੇਸ਼ਨਾਂ ਨੂੰ ਜਦੋਂ PhDਆਂ ਹੋਣਗੀਆਂ ਕਿ ਆਹ ਤਰਜ਼ ਕਿਵੇਂ ਹੁੰਦੀ ਸੀ, ਇਸ ਟਿਊਨ ਨੂੰ ਕਿੱਦਾਂ ਗਾਇਆ ਜਾਂਦਾ ਸੀ। ਮਨਮੋਹਨ ਵਾਰਿਸ ਜੀ, ਉਹਨਾਂ ਦੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਉਹਨਾਂ ਦੀ ਵਿਚਾਰਧਾਰਾ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਕਲਚਰ ਦੀ ਜਿਹੜੀ ਪਾਲਿਸੀ ਹੈ ਉਹ ਇਹੀ ਹੈ ਕਿ ਗੁਰਮੀਤ ਬਾਵਾ ਵਰਗੇ ਲੋਕਾਂ ਨੂੰ, ਜਿਨ੍ਹਾਂ ਨੇ ਇਸ ਵਕਤ ਦੇ ਨਾਲ ਸਮਝੌਤਾ ਨਹੀਂ ਕੀਤਾ, ਸਾਡੇ ਵਾਂਗ ਨਹੀਂ ਹੋਏ ਕਿ ਅਸੀਂ ਦਿਲ ਹੈਗੀ ਕੁੜੀ ਗੁਜਰਾਤ ਦੀ ਗਾਣ ਲੱਗੇ ਜਾਂ ਕੋਈ, ਕਿਉਂਕਿ ਪੈਸੇ ਕਮਾਉਣ ਵਾਸਤੇ ਜਾਂ ਮਸ਼ਹੂਰ ਹੋਣ ਵਾਸਤੇ। ਉਹਨਾਂ ਨੇ ਉਹੀ ਜੀਵਨ ਰੱਖਿਆ, ਉਹਨਾਂ ਹੀ ਸਾਦਾ ਜੀਵਨ ਰੱਖਿਆ, ਉਹੀ ਸਾਦੀ ਗਾਇਕੀ ਜਿਹੜੀ ਸੀ ਉਹ ਲੋਕਾਂ ਤੱਕ ਪਹੁੰਚਾਈ ਅਤੇ ਪੰਜਾਬ ਦੇ ਕਲਚਰ ਨੂੰ ਲੋਕਾਂ ਤੱਕ ਲੈ ਕੇ ਗਏ। ਅਲਗੋਜ਼ਿਆਂ ਨਾਲ ਗਾਇਆ, ਚਿਮਟੇ ਨਾਲ ਗਾਇਆ, ਅਤੇ ਮਤਲਬ ਇਹੋ ਜਿਹੇ ਜਿਹੜੇ ਲੋਕ ਸਾਜ਼ ਨੇ ਉਹਨਾਂ ਦੇ ਨਾਲ ਹੀ ਗਾਉਣ ਦੀ ਟਰਾਈ ਕੀਤੀ, ਜਿਹੜਾ ਕਿ ਸਾਡਾ ਵਿਰਸਾ ਹੈ। ਸੋ ਆਈ ਥਿੰਕ ਸਰਕਾਰ ਨੂੰ ਇਹਨਾਂ ਚੀਜ਼ਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜ੍ਹੇ ਹਾਂ, ਅਤੇ ਉਹ ਐਡੇ ਵੱਡੇ ਮਹਾਨ ਕਲਾਕਾਰ ਸਨ, ਜਿਨ੍ਹਾਂ ਨੂੰ ਸਜਦਾ ਕਰਨਾ ਸਮੁੱਚੇ ਪੰਜਾਬੀਆਂ ਦਾ ਫਰਜ਼ ਬਣਦਾ ਹੈ, ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਗੁਰਮੀਤ ਬਾਵਾ ਹੋਣਾ ਨੇ ਸਾਡੀ ਲੋਕ ਵਿਰਾਸਤ ਨੂੰ, ਸਾਡੀ ਲੋਕ ਗਾਇਕੀ ਨੂੰ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਭਾਰਤ ਦੇ ਵਿੱਚ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੇ ਉਸ ਦੇ ਮਤਲਬ ਕਿ ਉਹਦਾ ਪ੍ਰਚਾਰ ਪ੍ਰਸਾਰ ਲਈ ਕੰਮ ਕੀਤਾ।
ਤੇ ਅੱਜ ਉਹਨਾਂ ਦੇ ਅੰਤਮ ਅਰਦਾਸ 'ਚ ਸ਼ਾਮਲ ਹੋਣ ਲਈ ਅਚੇਚੇ ਤੌਰ ਤੇ ਪਹੁੰਚੇ ਹਾਂ। ਹੋਰ ਵੀ ਕਲਾਕਾਰ ਭਾਈਚਾਰਾ ਪਹੁੰਚੇ ਆ ਤੇ ਸਾਡਾ ਫਰਜ਼ ਬਣਦਾ ਹੈਗਾ ਕਿ ਅਸੀਂ ਪਰਿਵਾਰ ਦੇ ਇਸ ਦੁੱਖ ਦੀ ਘੜੀ 'ਚ ਉਹਨਾਂ ਦੇ ਨਾਲ ਖੜੀਏ। ਤੇ ਨਾਲ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਕਿ ਸਰਕਾਰਾਂ ਨੂੰ ਵੀ ਕਲਾਕਾਰਾਂ ਦੀ ਬਾਂਹ ਫੜਨੀ ਚਾਹੀਦੀ ਹੈ। ਸਰਕਾਰਾਂ ਬਣਦੀਆਂ ਇਸੇ ਲਈ ਨੇ, ਲੋਕ ਬਣਾਉਂਦੇ ਨੇ, ਤੇ ਜਿਹੜੇ ਅੱਛੇ ਕਲਾਕਾਰ ਫਨਕਾਰ ਆਪਦੀ ਉਸ ਗਾਇਕੀ ਤੋਂ ਮਤਲਬ ਕਿ ਵਡੇਰੇ ਹੋ ਜਾਂਦੇ ਨੇ, ਪ੍ਰੋਗਰਾਮ ਘਟ ਜਾਂਦੇ ਨੇ, ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਨੂੰ ਸਾਂਭਣਾ ਹੈ ਤੇ ਉਹਨਾਂ ਦੇ ਰੱਖ ਰਖਾਓ ਦੇ ਲਈ, ਉਹਨਾਂ ਦੇ ਪਰਿਵਾਰਾਂ ਦੇ ਰੱਖ ਰਖਾਓ ਦੇ ਲਈ, ਉਹਨਾਂ ਦੇ ਮੈਡੀਕਲ ਸਹੂਲਤਾਂ, ਤੇ ਉਹ ਸਾਰਾ ਕੁਝ ਸਰਕਾਰਾਂ ਨੂੰ ਕਰਨਾ ਚਾਹੀਦਾ। ਤੇ ਸਰਕਾਰਾਂ ਨੂੰ ਇਹਨਾਂ ਕਲਾਕਾਰਾਂ ਦੇ ਲਈ ਉਸ ਤਰ੍ਹਾਂ ਦਾ ਇੱਕ ਮਿਊਜ਼ੀਅਮ ਬਣਾਉਣਾ ਚਾਹੀਦਾ ਜਿੱਥੇ ਇਹਨਾਂ ਦੀ ਵਿਰਾਸਤ ਨੂੰ ਸਾਂਭਿਆ ਜਾ ਸਕੇ। ਆਉਣ ਵਾਲੀਆਂ ਪਨੀਰੀਆਂ ਉਹ ਤੋਂ ਕੁਝ ਸਿੱਖ ਸਕਣ, ਸੇਧ ਲੈ ਸਕਣ। ਸੋ ਇਸ ਗੱਲ ਦਾ ਮੈਨੂੰ ਦੁੱਖ ਵੀ ਹੈਗਾ ਕਿ ਪਤਾ ਨਹੀਂ ਕਿਉਂ ਨਹੀਂ ਹੁਣ ਤੱਕ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਹਮਲਾ ਮਾਰਿਆ। ਤੇ ਸਾਡੇ ਮਾਨਯੋਗ ਮੁੱਖ ਮੰਤਰੀ ਚਰਨਜੀਤ ਚੰਨੀ ਹੋਣੀ, ਉਹਨਾਂ ਕੋਲ ਹੀ ਕਲਚਰ ਡਿਪਾਰਟਮੈਂਟ ਹੈ, ਉਹੀ ਵਜ਼ੀਰ ਨੇ ਇਸੇ ਦੇ, ਤੇ ਉਹਨਾਂ ਨੂੰ ਚਾਹੀਦਾ ਹੈ ਕਿ ਅੱਜ ਕੋਈ ਆਪਦੇ ਦੂਤ ਜਰੀਏ ਕੋਈ ਨਾ ਕੋਈ ਅੱਛੀ ਅਨਾਉਂਸਮੈਂਟ ਇੱਥੇ ਕਰਾਉਣ ਤੇ ਉਹਨਾਂ ਦੇ ਪਰਿਵਾਰ ਨੂੰ ਧਰਵਾਸ ਦੇਣ ਤੇ ਉਹਨਾਂ ਦੇ ਕੀਤੇ ਕੰਮਾਂ ਨੂੰ ਸਾਂਭਿਆ ਜਾਵੇ। ਕਹਿੰਦੇ ਨੇ ਸਾਡਾ ਇੱਕ ਕਲਚਰ ਡਿਪਾਰਟਮੈਂਟ ਵੱਲੋਂ ਪੰਜਾਬ ਦਾ ਮਿਊਜ਼ੀਅਮ ਤਿਆਰ ਕਰਵਾਇਆ ਜਾਵੇ। ਅਤੇ ਬਾਕੀ ਵੀ ਹੋਰ ਕਲਾਕਾਰ ਜਿਹੜੇ ਪੰਜਾਬ ਦੇ ਇਸ ਵਡੇਰੀ ਉਮਰ 'ਚ ਨੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਦੇਣੀਆਂ, ਉਹਨਾਂ ਨੂੰ ਸਾਂਭਣਾ, ਉਹਨਾਂ ਨੂੰ ਪੈਨਸ਼ਨਾਂ ਲਾਉਣੀਆਂ, ਉਹ ਸਾਰਾ ਕੰਮ ਜਿਹੜਾ ਹੈਗਾ ਉਹ ਸਰਕਾਰਾਂ ਦਾ ਹੈ, ਕਿਉਂਕਿ ਸਰਕਾਰ ਲੋਕਾਂ ਦੀ ਹੈ। ਤੇ ਜਦੋਂ ਲੋਕ ਪੱਖੀ ਗੱਲਾਂ ਕਰਨਗੇ ਤੇ ਨੈਚੁਰਲੀ ਉਹ ਅੱਛਾ ਲੱਗੂਗਾ ਸਾਰੇ ਲੋਕਾਂ ਨੂੰ। ਆ ਹੁਣ ਗਰੀਬ ਜੀ ਨੇ ਇੱਥੇ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਅੱਜ ਜਿਹੜੇ ਇੱਥੇ ਅੱਜ ਮੈਂ ਸੰਗੀਤ ਜਗਤ ਦੀ ਇੱਕ ਆਵਾਜ਼ ਜਿਹੜੀ ਮੱਧਮ ਪੈ ਗਈ। ਗੁਰਮੀਤ ਬਾਵਾ ਜੀ ਸਾਡੇ ਵਿੱਚ ਨਹੀਂ ਰਹੇ, ਉਹਨਾਂ ਦੇ ਭੋਗ ਦੇ ਵਿੱਚੋਂ ਹੁਣੇ ਹੀ ਸ਼ਰਧਾ ਸੁਮਨ ਪੇਂਟ ਕਰਕੇ ਨਿਕਲੇ ਹਾਂ। ਪੰਜਾਬ ਸਰਕਾਰ ਦੇ ਵਿੱਚ ਅਸੀਂ ਇਹਨਾਂ ਦੀ CM ਸਾਹਿਬ ਨਾਲ ਗੱਲ ਕਰਕੇ ਜੋ ਵੀ ਮਦਦ ਸਮਝ ਲਓ, ਯਾਦਗਾਰ ਸਮਝ ਲਓ, ਉਹ ਅਸੀਂ ਜ਼ਰੂਰ ਬਣਾਵਾਂਗੇ ਇਹਨਾਂ ਦੀ, ਆਪਣੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਕੇ। ਔਰ 10 ਲੱਖ ਰੁਪਈਆ ਮੈਂ ਆਪਣੇ ਫੰਡ ਦੇ ਵਿੱਚੋਂ, MLA ਫੰਡ ਦੇ ਵਿੱਚੋਂ ਮੈਂ ਜ਼ਰੂਰ ਦਿੱਤਾ ਇਸ ਕਮੇਟੀ ਨੂੰ, ਕੇਵਲ ਧਾਲੀਵਾਲ ਜੀ ਨੂੰ, ਕਿ ਤੁਸੀਂ ਜੋ ਵੀ ਕੰਮ ਆਰੰਭ ਕਰਨਾ ਚਾਹੁੰਦੇ ਹੋ ਮੇਰੇ ਕੋਲ 10 ਲੱਖ ਦਾ ਚੈੱਕ ਲੈ ਲਿਓ, ਕਿਉਂਕਿ ਮੇਰੀ ਕੌਂਸਟੀਚੁਐਂਸੀ ਦੇ ਨੇ, ਮੇਰਾ ਪਰਿਵਾਰ ਆ। ਔਰ ਦੇਖੋ ਇਹ ਸਾਰਿਆਂ ਦੇ ਸਾਂਝੇ ਪਰਿਵਾਰ ਹੁੰਦੇ ਆ। ਗੁਰਮੀਤ ਬਾਵਾ ਇੱਕ ਵਿਸ਼ਵ ਦੇ ਵਿੱਚ ਨਾਂ ਹੀ ਜੀ, ਚਾਹੇ ਲਹਿੰਦਾ ਪੰਜਾਬ ਆ ਚਾਹੇ ਚੜ੍ਹਦਾ ਪੰਜਾਬ ਆ, ਉਹਨਾਂ ਸਾਰੇ ਸ਼ਖਸੀਅਤ ਦੇ ਵਿੱਚ ਇੱਕ ਨਾਂ ਸੀ ਗੁਰਮੀਤ ਬਾਵਾ ਜੀ ਦਾ। ਸਦੀਆਂ ਬਾਅਦ ਐਸੇ ਇਹ ਸਿਤਾਰੇ ਪੈਦਾ ਹੁੰਦੇ ਨੇ। ਤੋ ਅੱਜ ਦੁੱਖ ਆ ਸਾਰਿਆਂ ਨੂੰ ਜੀ, ਇਹ ਆਵਾਜ਼ ਸਾਡੇ ਕੋਲੋਂ ਚਲੇਗੀ, ਪਰ ਉਹਨਾਂ ਦੀ ਦੇਖੋ ਹਵਾ ਦੇ ਵਿੱਚ ਖੁਸ਼ਬੂ ਰਹੇਗੀ ਜਦੋਂ ਵੀ ਆਵਾਜ਼ ਗੂੰਜੇਗੀ ਜੀ। ਇਹਨਾਂ ਦੀ ਲੱਗਦਾ ਸੰਗੀਤ ਜਗਤ ਨੂੰ ਕਾਫੀ ਘੱਟ, ਬਹੁਤ ਘੱਟ ਆ ਜੀ। ਮੈਂ ਤਾਂ ਕਿਹਾ ਸਦੀਆਂ ਬਾਅਦ ਪੈਦੇ ਹੁੰਦੇ ਜੀ ਐਸੇ ਇਨਸਾਨ ਜੀ। ਥੈਂਕ ਯੂ ਜੀ। ਦੇਖੋ ਜੀ, ਗੁਰਮੀਤ ਬਾਵਾ ਜੀ ਇੱਕ ਬਹੁਤ ਵੱਡਾ ਨਾਮ ਸੀ, ਇੱਕ ਸਦੀ, ਇੱਕ ਯੁੱਗ ਚਲਾ ਗਿਆ ਪੰਜਾਬੀ ਲੋਕ ਗਾਇਕੀ ਦਾ। ਮੈਂ ਥੰਮ ਕਵਾਂ, ਪਿਲਰ ਕਵਾਂ, ਤੇ ਉਹ ਸਾਡੀ ਛੱਤ ਦੇ ਥੱਲੇੋਂ ਨਿਕਲ ਗਿਆ। ਬੜਾ ਜ਼ਰੂਰੀ ਹੈ ਇਹੋ ਜਿਹੇ ਲੋਕਾਂ ਨੂੰ ਇਸ ਵਕਤ ਤੇ ਉਹਨਾਂ ਦੇ ਬਣਦੇ ਹੱਕ ਦੇ ਤਰੀਕੇ ਦੇ ਨਾਲ, ਉਹਨਾਂ ਦੇ ਬਣਦੇ ਕੱਦ ਕਾਠ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਤੋਰਨਾ, ਤੇ ਸਾਡੇ ਵੱਲੋਂ ਸ਼ਰਧਾਂਜਲੀ ਉਹਨਾਂ ਨੂੰ ਇਸ ਰੂਪ ਦੇ ਵਿੱਚ ਉਹਨਾਂ ਦੇ ਕਦਮਾਂ 'ਚ ਨਤਮਸਤਕ ਹੋ ਕੇ ਉਹਨਾਂ ਨੂੰ ਵਿਦਾਇਗੀ ਦੇਣਾ ਸਾਡਾ ਫਰਜ਼ ਬਣਦਾ ਹੈ। ਸੋ ਬੜੀ ਦੁੱਖ ਵਾਲੀ ਗੱਲ ਹੈ ਕਿ ਅੱਜ ਉਹ ਸਾਡੇ ਦਰਮਿਆਨ ਨਹੀਂ ਹੈਗੇ। ਵਿਰਸਾ ਕਿਤੇ ਨਾ ਕਿਤੇ ਵਿਛੜਦਾ ਜਾ ਰਿਹਾ, ਵਿਰਸੇ ਦੇ ਲੋਕ, ਵਿਰਸੇ ਦੇ ਸਿੰਗਰ ਜਿਹੜੇ ਨੇ ਵਿਛੜਦੇ ਜਾ ਰਹੇ ਨੇ। ਕੀ ਕੁਝ ਕਰਨਾ ਚਾਹੀਦਾ? ਵਿਰਾਸਤ ਤੇ ਹੁਣ ਇਹ ਹੈ ਕਿ ਚੰਦ ਹੀ ਲੋਕਾਂ ਤੱਕ ਮਹਦੂਦ ਰਹਿ ਗਈ ਆ। ਸੋ ਉਹਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਬਹੁਤ ਸਾਰੇ ਲੋਕ ਯਤਨਸ਼ੀਲ ਵੀ ਨੇ ਔਰ ਚੰਗੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਤੇ ਇਹ ਹੈ ਕਿ ਚੰਗੀ ਮਾੜੀ ਚੀਜ਼ ਹਮੇਸ਼ਾ ਹੀ ਚੱਲਦੀ ਆਈ ਹੈ ਸ਼ੁਰੂ ਤੋਂ ਹੀ। ਭਗਵਾਨ, ਮੈਂ ਅੱਗੇ ਗੱਲ ਕਰਦਾ ਸੀ ਭਗਵਾਨ ਰਾਮ ਜੀ ਦੇ ਟਾਈਮ ਤੋਂ ਹੀ, ਜੇ ਆਪਾਂ ਗੱਲ ਕਰੀਏ ਤਾਂ ਉਹ ਚੱਲਦਾ ਹੀ ਆਇਆ ਜੀ। ਉਹ ਸਿੰਗਰ ਬਹੁਤ ਘੱਟ ਪਹੁੰਚੇ ਸੰਸਕਾਰ ਵਾਲੇ ਦਿਨ। ਬੜੀ ਦੁਖਦਾਈ ਗੱਲ ਹੈ ਕਿ ਮੈਂ ਉਸ ਦਿਨ ਵੀ ਦਿੱਲੀ ਸੀਗਾ ਤੇ ਪਾਪਾ ਜੀ ਨੂੰ ਮੈਂ ਜਦੋਂ ਦੱਸਿਆ 1 ਘੰਟਾ ਪਹਿਲਾਂ ਮੈਨੂੰ ਪਤਾ ਲੱਗਿਆ ਮੇਰੇ ਜਾਣ ਤੋਂ। ਮੇਰੀ ਫਲਾਈਟ ਸੀ ਕਿ 2:30 ਵਜੇ ਦੀ, ਤੇ ਮੈਨੂੰ 12:30 ਵਜੇ ਪਤਾ ਲੱਗਿਆ। ਮੈਂ ਤਾਂ ਨਹੀਂ ਪਹੁੰਚ ਸਕਿਆ ਕਿਉਂਕਿ ਉਸ ਸਮੇਂ ਮੇਰੀ ਫਲਾਈਟ ਸੀਗੀ ਤੇ ਜ਼ਰੂਰੀ ਵੀ ਸੀਗਾ ਕਿਉਂਕਿ ਕਮਿਟਮੈਂਟਸ ਵੀ ਜ਼ਰੂਰੀ ਨੇ। ਤੇ ਪਾਪਾ ਜੀ ਆਏ ਸੀਗੇ, ਉਦੋਂ ਮੈਨੂੰ ਪਤਾ ਲੱਗਿਆ। ਸਤਿੰਦਰ ਸੱਤੀ ਜੀ ਨਾਲ ਮੇਰੀ ਅਗਲੇ ਦਿਨ ਗੱਲ ਹੋਈ ਜਦੋਂ ਮੈਂ ਉਹਨਾਂ ਦੀ ਪੋਸਟ ਦੇਖੀ ਕਿ ਉਹਨਾਂ ਨੂੰ ਬੜਾ ਦੁੱਖ ਲੱਗਿਆ ਇਸ ਗੱਲ ਦਾ। ਸੋ ਮੈਨੂੰ ਵੀ ਬਹੁਤ ਦੁੱਖ ਲੱਗਿਆ ਔਰ ਸਾਡੀ ਤਕਰੀਬਨ ਮੇਰੇ ਖਿਆਲ ਕੋਈ 20-25 ਮਿੰਟ ਇਸ ਟੌਪਿਕ 'ਤੇ ਗੱਲ ਹੋਈ। ਬੜਾ ਦੁੱਖ ਲੱਗਿਆ ਕਿ ਸਿਰਫ ਇੱਕ ਫੋਟੋ ਪਾ ਕੇ ਉਹਨਾਂ ਨੂੰ ਵਿਦਾਇਗੀ ਦੇਣਾ ਮਤਲਬ ਇੱਕ ਬੜਾ ਦੁਖਦਾਈ ਲੱਗਿਆ ਕਿ ਇੱਕ ਤੁਸੀਂ ਆਪਣੇ ਫੋਕੇ ਲਾਈਕਸ ਜੇ ਲੈਣ ਦੇ ਚੱਕਰ ਦੇ ਵਿੱਚ ਕਿਸੇ ਦਾ ਮੈਂ ਇਹ ਕਈ ਵਾਰੀ ਕੋਸ਼ਿਸ਼ ਕਰਦਾ ਕਿ ਮੈਂ ਕਿਸੇ ਦੇ ਤੁਰ ਜਾਣ 'ਤੇ ਫੋਟੋ ਨਾ ਪਾਵਾਂ। ਕੋਸ਼ਿਸ਼ ਕਰਾਂ ਕਿ ਉੱਥੇ ਜੇ ਮੈਂ ਟਾਈਮ 'ਤੇ ਨਹੀਂ ਪਹੁੰਚ ਸਕਿਆ ਤਾਂ ਉਹਨਾਂ ਦੇ ਨਾਲ ਹਮਦਰਦੀ ਜ਼ਰੂਰ ਕੀਤੀ ਜਾਵੇ ਉਸ ਪਰਿਵਾਰ ਦੇ ਨਾਲ।
ਸੋ ਇਦਾਂ ਨਹੀਂ ਕਰਨਾ ਚਾਹੀਦਾ। ਪੰਜਾਬੀ ਇੰਡਸਟਰੀ ਦੇ ਵਿੱਚ ਜਿਹੜਾ ਇੱਕ ਮਾਣ ਸਤਿਕਾਰ ਇੱਕ ਅਦਬ ਦਾ ਜਿਹੜਾ ਦਾਇਰਾ ਹੈ ਉਹਨੂੰ ਕਾਇਮ ਰੱਖਣਾ ਚਾਹੀਦਾ। ਉਹ ਵੀ ਇਹੋ ਜਿਹੇ ਲੋਕਾਂ ਲਈ ਉਹ ਤਾਂ ਬਣਦਾ, ਸਾਡਾ ਹੱਕ ਬਣਦਾ, ਸਾਡਾ ਫਰਜ਼ ਬਣਦਾ। ਉਹਨਾਂ 'ਤੇ ਹੱਕ ਸਾਡਾ ਇਹ ਹੈ ਕਿ ਅਸੀਂ ਉਹਨਾਂ ਕੋਲੋਂ ਕਹਿ ਕੇ ਕੁਝ ਸਿੱਖੀਏ, ਉਹਨਾਂ ਕੋਲ ਬਹਿ ਕੇ ਕੁਝ ਸਿੱਖੀਏ ਕਿ ਸਾਨੂੰ ਆਹ ਦੱਸੋ। ਅਤੇ ਫਰਜ਼ ਸਾਡਾ ਇਹ ਬਣਦਾ ਕਿ ਜਦੋਂ ਕੋਈ ਤੁਰ ਜਾਂਦਾ ਫਿਰ ਉੱਥੇ ਪਹੁੰਚਣਾ ਜ਼ਰੂਰੀ ਹੈ। ਇਹ ਸਾਡਾ ਹੱਕ ਹੈ, ਇਹ ਸਾਡਾ ਫਰਜ਼ ਆ। ਅਤੇ ਆਪਣਾ ਅਖਲਾਕ ਜਿਹੜਾ ਆ ਉਹ ਅਸੀਂ ਛੱਡਦੇ ਜਾ ਰਹੇ ਹਾਂ, ਭੁੱਲਦੇ ਜਾ ਰਹੇ ਹਾਂ। ਬੜੀ ਮਾੜੀ ਗੱਲ ਹੈ, ਬੜੀ ਸ਼ਰਮ ਵਾਲੀ ਗੱਲ। ਮੈਨੂੰ ਬਹੁਤ ਦੁੱਖ ਲੱਗਿਆ ਜੀ ਇਸ ਗੱਲ ਦਾ। ਔਰ ਮੈਂ ਸਤੀ ਜੀ ਨੂੰ ਵੀ ਉਦੋਂ ਕਿਹਾ ਕਿ ਮਤਲਬ ਇਹ ਚੀਜ਼ਾਂ ਦੇ ਲਈ ਸਾਨੂੰ ਸਖਤੀ ਨਾਲ ਥੋੜ੍ਹਾ ਜਿਹਾ ਪੇਸ਼ ਆਉਣਾ ਚਾਹੀਦਾ ਕਿ ਯਾਰ ਕੀ ਇਹਦੇ ਲਈ ਰੂਲ ਬਣਾਉਣੇ ਪੈਣਗੇ ਕਿ ਕੋਈ ਆਪਣੇ ਬਜ਼ੁਰਗ ਕੋਈ ਵੱਡੇ ਤੁਰ ਜਾਣ ਅਤੇ ਅਸੀਂ ਉਹਨਾਂ ਲਈ ਉਹਨਾਂ ਦਾ ਬਣਦਾ ਉਹਨਾਂ ਦੇ ਕੱਦ ਕਾਠ ਦੇ ਹਿਸਾਬ ਨਾਲ ਉਹਨਾਂ ਨੂੰ ਵਿਦਾਇਗੀ ਨਾ ਦੇ ਸਕੀਏ। ਸੋ ਬੜੀ ਮਾੜੀ ਗੱਲ ਹੈ, ਬੜਾ ਦੁੱਖ ਲੱਗਿਆ ਜੀ ਸੁਣ ਕੇ, ਦੇਖ ਕੇ। अमृतसर से हिमांशु की खास रिपोर्ट।